ਜੇ ਕਿਸਾਨ ਕਈ ਚਲਾ ਸਕਦਾ ਨਾ, ਜੇ ਕਿਸਾਨ ਹਲ ਵਾਹ ਸਕਦਾ ਤੇ ਕਿਸਾਨ ਆ ਜਿਹੜਾ ਇਹਨਾਂ ਤਾਨਾਸ਼ਾਹੀ ਸਰਕਾਰਾਂ ਦੇ ਨਾਲ ਟੱਕਰ ਵੀ ਲੈ ਸਕਦਾ। ਮੋਦੀ ਗਵਰਨਮੈਂਟ ਨੂੰ ਇਹ ਕਾਨੂੰਨ ਜਿਹੜੇ ਉਹ ਰਿਪੀਲ ਕਰਨੇ ਹੀ ਪੈਣੇ ਆ, ਈਦਰ ਬਾਏ ਹੁੱਕ ਔਰ ਬਾਏ ਕਰੁਕ। ਹੁਣ ਜਦੋਂ ਕੁਰਸੀ ਨੂੰ ਖਤਰਾ ਹੋਇਆ ਤਾਂ ਡੈਫੀਨੇਟਲੀ ਦੇ ਵਿਲ ਕਮ ਔਨ ਨੀਜ਼, ਗੋਡਿਆਂ ਭਾਰ ਹੋ ਕੇ, ਔਰ ਬਾਪੂ ਕਹਿ ਕੇ ਜਿਹੜੇ ਹੈਗੇ ਆ ਕਾਨੂੰਨ ਵਾਪਸ ਕਰਨਗੇ। ਇਹਨਾਂ ਦਾ ਮੰਤਰੀ ਅਨੁਰਾਗ ਠਾਕੁਰ ਔਰ ਤੋਮਰ ਸਾਹਿਬ ਕਹਿੰਦੇ ਆ ਨਾ ਕਿ ਸਾਨੂੰ ਦੱਸੋ ਤੁਸੀਂ ਬਿੱਲਾਂ 'ਚ ਕੀ ਗਲਤ ਆ। ਮੈਂ ਵਾਰ-ਵਾਰ ਇਹਨਾਂ ਨੂੰ ਬੇਨਤੀ ਕਰਦਾ ਕਿ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਹਾਂ, ਤੁਸੀਂ ਮੇਰੇ ਨਾਲ ਆ ਕੇ ਡਿਸਕਸ ਕਰ ਲਓ, ਜਿਹੜੇ ਵੱਡੇ ਸਾਡੇ ਆਗੂ ਨੇ ਉਹਨਾਂ ਨਾਲ ਬਾਅਦ 'ਚ ਬੈਠ ਜਾਓ। ਸਰਦਾਰ ਵਿਰਸਾ ਸਿੰਘ ਵਲਟੋਆ ਦਾ ਇੱਕ ਬਿਆਨ ਚੱਲਦਾ ਟੀਵੀਆਂ ਤੇ ਪੁਰਾਣਾ ਕਿ ਬਿੱਲ ਬਹੁਤ ਵਧੀਆ ਨੇ, ਬਿੱਲ ਬੜੇ ਵਧੀਆ ਨੇ। ਜਿੱਦਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਨੇ ਹਰਸਿਮਰਤ ਕੌਰ ਬਾਦਲ ਨੇ ਵਿਡਰਾਅ ਕਰ ਲਿਆ ਸੈਂਟਰ 'ਚੋਂ, ਉਹੀ ਵਿਰਸਾ ਸਿੰਘ ਵਲਟੋਆ ਕਹਿਣ ਲੱਗੇ ਕਿ ਬਿੱਲ ਬੜੇ ਮਾੜੇ ਆ। ਸਤਿ ਸ਼੍ਰੀ ਅਕਾਲ ਜੀ, D5 ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਤੁਹਾਨੂੰ ਦੱਸ ਦੇ ਕਿ ਇਸ ਮੌਕੇ ਅਸੀਂ ਫਿਰੋਜ਼ਪੁਰ ਦੀ ਦਾਣਾ ਮੰਡੀ ਵਿੱਚ ਮੌਜੂਦ ਹਾਂ, ਜਿੱਥੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਕਿਸਾਨ ਮਜ਼ਦੂਰ ਮਹਾ ਰੈਲੀ ਜਿਹੜੀ ਕੀਤੀ ਜਾ ਰਹੀ ਹੈ। ਸਾਡੇ ਨਾਲ ਇਸ ਮੌਕੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਜੀ ਮੌਜੂਦ ਹੈ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਭੁੱਲਰ ਸਾਹਿਬ, ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਲੰਮਾ ਸਮਾਂ ਹੋ ਚੱਲਿਆ। ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦਾ ਸ਼ੁਕਰੀਆ। ਔਰ ਅੰਦੋਲਨ ਦੇਖੋ, ਨਾਓ ਇਟਸ ਕੁਆਇਟ ਵਿਜ਼ੀਬਲ। ਹਰ ਬੰਦੇ ਦਾ ਇੱਕ ਹੀ ਮਤ ਆ ਕਿ ਜਦੋਂ ਲੋਕ ਇਕੱਠੇ ਹੋ ਜਾਂਦੇ ਆ, ਫਿਰ ਵਿਸ਼ਵ ਦੇ ਵਿੱਚ ਵੀ ਔਰ ਇਸ ਮੁਲਕ ਦੇ ਵਿੱਚ ਵੀ ਲੋਕ ਇੰਦਰਾ ਗਾਂਧੀ ਨਾਲ ਕੰਪੈਰੀਜ਼ਨ ਕਰਦੇ ਆ ਨਰਿੰਦਰ ਮੋਦੀ ਦਾ, ਔਰ ਉਹਨੇ ਇਸ ਤੋਂ ਵੱਧ ਹੱਥ ਚੱਕੀ ਹੋਈ ਸੀਗੀ। ਤੁਸੀਂ ਚਾਹੇ ਐਮਰਜੈਂਸੀ ਦੇ ਦਰਮਿਆਨ ਦੇਖ ਲਓ, ਚਾਹੇ ਵੈਸਕਾਟੋਮੀ ਜਿਹੜੀ ਜਬਰਨ ਫੜ ਕੇ ਨਾਸਬੰਦੀ, ਉੱਥੋਂ ਤੱਕ ਤਾਂ ਹਲੇ ਸਰਕਾਰ ਗਈ ਨਹੀਂ। ਤੇ ਜੇ ਅੱਜ ਇਤਿਹਾਸ ਦੇ ਵਿੱਚ ਉਹਨਾਂ ਨੂੰ ਜਿਵੇਂ ਯਾਦ ਕੀਤਾ ਜਾਂਦਾ, ਉਵੇਂ ਇਹਨਾਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਰਹੂਗਾ। ਸੋ ਦੀਵਾਰ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਮੋਦੀ ਗਵਰਨਮੈਂਟ ਨੂੰ ਕਿ ਲੋਕ ਜਿਹੜੇ ਹੈਗੇ ਇੱਕ ਨਾ ਕਲੈਕਟਿਵ ਕੌਨਸ਼ੀਅਸਨੈਸ ਜਦੋਂ ਉਪਜ ਜਾਂਦੀ ਹੈ ਤਾਂ ਉਹਦੇ ਨਾਲ ਫਿਰ ਜਿਹੜੇ ਆ ਆਟੋਮੈਟਿਕਲੀ ਜਾਗ ਲੱਗਦੀ ਜਾਂਦੀ ਹੈ। ਕਿੱਥੇ ਤੁਸੀਂ ਇਕੱਲੇ ਬੰਦੇ ਨੂੰ ਸੁਨੇਹਾ ਲਾਉਣਾ। ਹੁਣ ਆਪ ਮੁਹਾਰੇ ਲੋਕ ਆ ਰਹੇ ਆ ਔਰ ਜਥੇਬੰਦਕ ਤਰੀਕੇ ਨਾਲ ਆ ਰਹੇ ਆ। ਇੱਥੇ ਜਥੇਬੰਦਕ ਤਰੀਕੇ ਦੇ ਨਾਲ ਜੁੜੇ ਹੋਏ ਲੋਕ ਕੋਈ ਧੱਕੇ ਨਾਲ ਇਹਨਾਂ ਨੂੰ ਲਾਲਚ ਦੇ ਕੇ ਟਰਾਲੀਆਂ ਚਲਾ ਦੇ ਕੇ ਨਹੀਂ ਲੈ ਕੇ ਆਇਆ, ਆਪਦੀ ਮਰਜ਼ੀ ਦੇ ਨਾਲ ਆਪਣੀ ਜ਼ਿੰਮੇਵਾਰੀ ਸਮਝ ਕੇ ਆਏ ਆ। ਔਰ ਅਕ੍ਰੋਸ ਦਾ ਪੰਜਾਬ ਜਿਹੜੇ ਇਸ ਤਰ੍ਹਾਂ ਦੇ ਇਕੱਠ ਹੋ ਰਹੇ ਆ। ਔਰ ਲਾਸਟ ਅਖੀਰ ਦੇ ਵਿੱਚ ਜਿਹੜਾ ਸੁਨੇਹਾ ਆ ਮੋਦੀ ਗਵਰਨਮੈਂਟ ਨੂੰ ਕਿ ਮੋਦੀ ਗਵਰਨਮੈਂਟ ਨੂੰ ਇਹ ਕਾਨੂੰਨ ਜਿਹੜੇ ਉਹ ਰਿਪੀਲ ਕਰਨੇ ਹੀ ਪੈਣੇ ਆ, ਈਦਰ ਬਾਏ ਹੁੱਕ ਔਰ ਬਾਏ ਕਰੁਕ। ਚਾਹੇ ਉਹ ਹੁਣ ਵੈਸਟ ਬੰਗਾਲ 'ਚ ਜਿਹਨਾਂ ਦੀ ਜਿਹੜੀ ਹਾਲਤ ਹੋਣ ਜਾ ਰਹੀ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ, ਕਿਉਂਕਿ ਸਰਕਾਰੀ ਜਿਹੜੇ ਬੰਦੇ ਜਾਂ ਜਮਹੂਰੀ ਅਮਲ ਦੇ ਵਿੱਚੋਂ ਨਿਕਲ ਕੇ ਜਿਹੜੇ ਆਪਦੇ ਆਪ ਨੂੰ ਸਮਝਦੇ ਵੀ ਅਸੀਂ ਇਸ ਮੁਲਕ ਦੇ ਮਾਲਕ ਬਣ ਗਏ ਆ, ਉਹਨਾਂ ਨੂੰ ਕੁਰਸੀ ਬਹੁਤ ਪਿਆਰੀ ਹੁੰਦੀ ਹੈ। ਹੁਣ ਜਦੋਂ ਕੁਰਸੀ ਦਾ ਪਾਵਾ ਖਿਸਕਿਆ ਤਾਂ ਫਿਰ ਅਲਟੀਮੇਟਲੀ ਜਿਹੜਾ ਹੈ, ਕਿਉਂਕਿ ਪਹਿਲੀ ਚੀਜ਼ ਨੂੰ ਤਾਂ ਉਹਨਾਂ ਨੇ ਸਨੱਬ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ। ਵੈਸੇ ਤਾਂ ਵੈਲਫੇਅਰ ਗਵਰਨਮੈਂਟ ਦੇ ਵਿੱਚ ਸਰਕਾਰ ਦਾ ਇਹ ਫਰਜ਼ ਹੁੰਦਾ ਕਿ ਜਿਹੜੀ ਗਵਰਨਮੈਂਟ ਹੈ ਦੈਟ ਹੈਜ਼ ਬੀਨ ਚੂਜ਼ਨ ਫਾਰ ਦਾ ਵੈਲਫੇਅਰ ਆਫ ਦਾ ਪੀਪਲ, ਪਰ ਉਸ ਗੱਲ ਤੋਂ ਉਹਨਾਂ ਨੇ ਪਿੱਠ ਕਰ ਲਈ ਉਧਰ ਨੂੰ। ਹੁਣ ਜਦੋਂ ਕੁਰਸੀ ਨੂੰ ਖਤਰਾ ਹੋਇਆ ਤਾਂ ਡੈਫੀਨੇਟਲੀ ਦੇ ਵਿਲ ਕਮ ਔਨ ਨੀਜ਼, ਗੋਡਿਆਂ ਭਾਰ ਹੋ ਕੇ, ਔਰ ਬਾਪੂ ਕਹਿ ਕੇ ਜਿਹੜੇ ਹੈਗੇ ਆ ਕਾਨੂੰਨ ਵਾਪਸ ਕਰਨਗੇ। ਭੁੱਲਰ ਸਾਹਿਬ, ਪਿਛਲੇ ਦਿਨੀ ਸੁਰਜੀਤ ਕੁਮਾਰ ਜਿਆਣੀ ਦਾ ਇੱਕ ਬਿਆਨ ਆਇਆ ਹੈ ਕਿ ਆਗੂਆਂ ਨੇ ਆਪਣੀ ਮੁੱਛ ਦਾ ਸਵਾਲ ਬਣਾਇਆ ਹੋਇਆ ਹੈ। ਆਗੂ ਖੁਦ ਹੀ ਨਹੀਂ ਚਾਹੁੰਦੇ ਕਿ ਗੱਲ ਸਿਰੇ ਲੱਗੇ। ਕਿਵੇਂ ਦੇਖਦੇ ਹੋ ਬਿਆਨ ਨੂੰ? ਜਿਆਣੀ ਸਾਹਿਬ ਨੂੰ ਪਹਿਲਾਂ ਤਾਂ ਇਹ ਸਮਝਣਾ ਚਾਹੀਦਾ ਵੀ ਜਿਹੜਾ ਆਪਦਾ 350 ਕਿੱਲੇ ਦਾ ਫਾਰਮ ਬਣਾਈ ਫਿਰਦੇ ਆ ਨਾ ਫਾਜ਼ਿਲਕਾ ਤੇ ਸੀਤੋ ਵਾਲੇ ਪਾਸੇ, ਜੇ ਇਹ ਕਾਨੂੰਨ ਬਣ ਗਿਆ ਤਾਂ ਉਹਦੇ ਤੇ ਵੀ ਉਹਨਾਂ ਹੀ ਲਾਗੂ ਹੋਣਾ। ਇਹ ਨਹੀਂ ਕਿ ਜਿਆਣੀ ਸਾਹਿਬ ਬੀਜੇਪੀ ਦੇ ਮੰਤਰੀ ਰਹੇ ਆ ਤੇ ਇਹਨਾਂ ਨੂੰ ਛੱਡ ਦਿਆਂਗੇ। ਸੋ ਪਹਿਲੀ ਗੱਲ ਤੇ ਨਿੱਜੀ ਸੁਝਾਅ ਆ ਉਹਨਾਂ ਨੂੰ, ਔਰ ਉਹਨਾਂ ਨੂੰ ਮੈਂ ਖੁੱਲ੍ਹਾ ਚੈਲੰਜ 10 ਜੂਨ ਤੋਂ ਲੈ ਕੇ ਅਸ਼ਵਨੀ ਸ਼ਰਮਾ ਨੂੰ, ਇਹਨਾਂ ਨੂੰ ਜਿੰਨੇ ਵੀ ਇਹਨਾਂ ਦੇ ਵੱਡੇ ਆਪਦੇ ਆਪ ਨੂੰ ਥਿੰਕ ਟੈਂਕ ਜਾਂ ਸਪੋਕਸਪਰਸਨ ਕਹਿੰਦੇ ਆ ਕਿ ਲੈਟਸ ਸਿਟ ਅਕ੍ਰੋਸ ਦਾ ਟੇਬਲ ਐਂਡ ਡਿਸਕਸ। ਆਪਾਂ ਵਿਚਾਰ ਕਰੀਏ, ਸਾਨੂੰ ਦੱਸ ਦਿਓ। ਇਹਨਾਂ ਦਾ ਮੰਤਰੀ ਅਨੁਰਾਗ ਠਾਕੁਰ ਔਰ ਤੋਮਰ ਸਾਹਿਬ ਕਹਿੰਦੇ ਆ ਨਾ ਕਿ ਸਾਨੂੰ ਦੱਸੋ ਤੁਸੀਂ ਬਿੱਲਾਂ 'ਚ ਕੀ ਗਲਤ ਆ। ਮੈਂ ਵਾਰ-ਵਾਰ ਇਹਨਾਂ ਨੂੰ ਬੇਨਤੀ ਕਰਦਾ ਕਿ ਮੈਂ ਤਾਂ ਇੱਕ ਛੋਟਾ ਜਿਹਾ ਬੰਦਾ ਹਾਂ, ਤੁਸੀਂ ਮੇਰੇ ਨਾਲ ਆ ਕੇ ਡਿਸਕਸ ਕਰ ਲਓ, ਜਿਹੜੇ ਵੱਡੇ ਸਾਡੇ ਆਗੂ ਨੇ ਉਹਨਾਂ ਨਾਲ ਬਾਅਦ 'ਚ ਬੈਠ ਜਾਓ। ਸੋ ਦੇ ਹੈਵ ਨਥਿੰਗ ਟੂ ਸੇ। ਸਿਰਫ ਇਹ ਇੱਕ ਉਹੀ ਆ ਕਿ ਬੀਨ ਵਜਾਈ ਜਾਂਦੇ ਆ, ਜੋ ਮੋਦੀ ਗਵਰਨਮੈਂਟ ਕਹਿੰਦੀ ਆ ਉਹ ਉਹੀ ਚੀਜ਼ਾਂ ਫੋਲੋ। ਕੱਲ੍ਹ ਨੂੰ ਸਰਕਾਰ ਤੁਸੀਂ ਦੇਖੋ, ਸਰਦਾਰ ਵਿਰਸਾ ਸਿੰਘ ਵਲਟੋਆ ਦਾ ਇੱਕ ਬਿਆਨ ਚੱਲਦਾ ਟੀਵੀਆਂ ਤੇ ਪੁਰਾਣਾ ਕਿ ਬਿੱਲ ਬਹੁਤ ਵਧੀਆ ਨੇ, ਬਿੱਲ ਬੜੇ ਵਧੀਆ ਨੇ। ਜਿੱਦਾਂ ਹੀ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸਰਦਾਰ ਨੇ ਹਰਸਿਮਰਤ ਕੌਰ ਬਾਦਲ ਨੇ ਵਿਡਰਾਅ ਕਰ ਲਿਆ ਸੈਂਟਰ 'ਚੋਂ, ਉਹੀ ਵਿਰਸਾ ਸਿੰਘ ਵਲਟੋਆ ਕਹਿਣ ਲੱਗੇ ਕਿ ਬਿੱਲ ਬੜੇ ਮਾੜੇ ਆ। ਇੱਦਾਂ ਹੀ ਜਦੋਂ ਬਿੱਲ ਰਿਪੀਲ ਹੋ ਗਏ, ਜਿਆਣੀ ਸਾਹਿਬ ਨੇ ਕਹਿਣਾ ਮੈਂ ਤਾਂ ਪਹਿਲੇ ਦਿਨ ਤੋਂ ਜਿਹੜਾ ਕਿਸਾਨਾਂ ਦੇ ਹੱਕ 'ਚ ਖੜਾ ਸੀ। ਸੋ ਇਹ ਲੋਕਾਂ ਨੂੰ ਇਹਨਾਂ ਦੇ ਦਾਅ ਲੱਗੇ ਹੋਏ ਆ ਤੇ ਬਸ ਉਹਨਾਂ ਕੁਰਸੀਆਂ ਦੇ ਉੱਤੇ ਫਾਇਜ਼ ਹੋ ਕੇ ਜਿਹੜੀ ਲੋਕਾਂ ਦੀ ਤਾਕਤ ਹੈ ਉਹਦੀ ਦੁਰਵਰਤੋਂ ਕਰ ਰਹੇ ਆ। ਕੀ ਲੱਗਦਾ ਕਾਨੂੰਨ ਵਾਪਸ ਹੋਣਗੇ? ਕਿਉਂਕਿ ਲੰਮਾ ਸਮਾਂ ਹੋ ਚੱਲਿਆ, ਕਈ ਕਿਸਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ, ਪਰ ਕੇਂਦਰ ਕਿਸੇ ਹੰਨੇ ਬੰਨੇ ਲੱਗਦੀ ਨਜ਼ਰ ਨਹੀਂ ਆ ਰਹੀ। 110% ਯੂ ਕੈਨ ਮਾਰਕ ਮਾਈ ਵਰਡਸ। ਜਿਹੜੀ ਸਰਟਨਿਟੀ ਹੁੰਦੀ ਹੈ ਨਾ, ਫਰਮ ਬਲੀਫ ਜਿਹਨੂੰ ਕਹਿ ਦਿੰਦੇ, ਜਦੋਂ ਤੁਸੀਂ ਦ੍ਰਿੜਤਾ ਕਰਕੇ, ਜਾਂ ਪਿੰਡਾਂ 'ਚ ਇੱਕ ਦੇਸੀ ਅਖਾਣ ਵਰਤਿਆ ਜਾਂਦਾ, ਜਦੋਂ ਸਿਰ ਤੇ ਕੱਫਣ ਬੰਨ੍ਹ ਕੇ ਬੰਦਾ ਤੁਰ ਪੈਂਦਾ ਤੇ ਫਿਰ ਸਾਹਮਣੇ ਵਾਲਾ ਅੱਧਾ ਤੇ ਉਂਝ ਹੀ ਡਰ ਜਾਂਦਾ। ਸੋ ਇਹ ਸਾਰੇ ਲੋਕ ਉਹ ਆ ਜਿਨ੍ਹਾਂ ਨੇ ਹੁਣ ਸਿਰ ਤੇ ਕੱਫਣ ਬੰਨੇ ਹੋਏ ਆ। ਸਾਡੇ ਸਾਹਮਣੇ ਸਾਡੇ ਕਿੰਨੇ ਜਵਾਨ ਸ਼ਹੀਦ ਹੋਏ ਆ, ਬਜ਼ੁਰਗ ਵੀ ਸੀ, ਉਹਦੇ 'ਚ ਬੱਚੇ ਵੀ ਸੀ, ਇੱਕ ਦੋ ਬੀਬੀਆਂ ਦੀ ਵੀ ਜਾਨ ਗਈ ਆ। ਤੇ ਲੋਕ ਖੜੇ ਆ ਨਾ, ਕੱਲ ਨੂੰ ਮੈਂ ਵੀ ਮਰ ਸਕਦਾ ਉੱਥੇ ਅੰਦੋਲਨ 'ਚ, ਕੋਈ ਹੋਰ ਸਾਡੇ 'ਚੋਂ, ਪਰ ਅਸੀਂ ਖੜੇ ਆ।
ਸੋ ਜਿੰਨੀ ਦੇਰ ਤੱਕ ਇਹ ਰਿਪੀਲ ਨਹੀਂ ਹੋਣਗੇ ਲੋਕ ਖੜੇ ਰਹਿਣਗੇ ਔਰ ਅਲਟੀਮੇਟਲੀ ਗਵਰਨਮੈਂਟ ਹੈਵ ਟੂ ਬੈਂਟ ਡਾਊਨ, ਉਹਨਾਂ ਨੂੰ ਪਿੱਛੇ ਮੁੜਨਾ ਹੀ ਪੈਣਾ ਔਰ ਈਦਰ ਇਹਨੂੰ ਵਿਡਰਾਅ ਕਰ ਲੈਣ ਜਾਂ ਅਸੈਂਬਲੀ 'ਚ ਪਾਰਲੀਮੈਂਟ 'ਚ ਰਿਪੀਲ ਕਰ ਦੇਣ। ਇਹਦਾ ਹੱਲ ਇੱਕੋ ਇੱਕ ਮਾਤਰ ਇਹੀ ਆ ਸਮਾਂ। ਤੁਸੀਂ ਵਿਜ਼ਨ ਦੇਖੋ ਕਿਸਾਨ ਜਥੇਬੰਦੀਆਂ ਦਾ ਕਿ ਜਦੋਂ ਗਏ ਸੀ ਉਹਨਾਂ ਉਸ ਦਿਨ ਕਿਹਾ ਤਾਂ ਸੀ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਚੱਲੋ। ਸਾਡੇ ਵਰਗੇ ਜਿਹੜੇ ਆਮ ਲੋਕ ਉਹਨਾਂ ਨੂੰ ਲੱਗਦਾ ਸੀ 6 ਮਹੀਨੇ ਕੀ ਕਿਉਂ 6 ਮਹੀਨੇ, ਤਾਂ ਅਲਟੀਮੇਟਲੀ 3 months ਹੈਡ ਬੀਨ ਆਲਰੇਡੀ ਗੋਨ, 3 ਮਹੀਨੇ ਹੋ ਗਏ। ਤਾਂ ਅਲਟੀਮੇਟਲੀ ਅਸੀਂ ਹੁਣ ਕਣਕ ਵੀ ਵੱਢ ਕੇ ਝੋਨਾ ਲਾ ਕੇ ਇੱਕ ਬੰਦਾ ਘਰੇ ਛੱਡਾਂਗੇ, ਫਿਰ ਉੱਥੇ ਦੁਬਾਰਾ ਜਿਹੜਾ ਹੈਗਾ ਡੇਰੇ ਲਾਵਾਂਗੇ। ਤਾਂ ਅਲਟੀਮੇਟਲੀ ਇਹਦਾ ਜਿਹੜਾ ਐਂਡ ਆ, ਇਹਦਾ ਜਿਹੜਾ ਕਨਕਲੂਜਨ ਹੈ, ਇਹਦੀ ਜਿਹੜੀ ਕਲਮੀਨੇਸ਼ਨ ਆ ਇਸ ਅੰਦੋਲਨ ਦੀ, ਔਰ ਇਹਨਾਂ ਬਿੱਲਸ ਦੇ ਐਕਟਸ ਦੇ ਰਿਪੀਲ ਹੋਣ ਦੇ ਨਾਲ ਹੀ ਇਹਨੇ ਜਿਹੜਾ ਹੈਗਾ ਸਕਸੈਸਫੁਲ ਔਰ ਫਿਨਿਸ਼ ਹੋਣਾ ਹੈ। ਤਾਂ ਸਾਡੇ ਨਾਲ ਸਮਾਜ ਸੇਵੀ ਕਰਨਦੀਪ ਕੌਰ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਮੈਮ ਕਿੱਦਾਂ ਦੇਖਦੇ ਹੋ ਕਿਸਾਨੀ ਸੰਘਰਸ਼? ਦੇਖੋ ਜੀ, ਪਹਿਲੇ ਦਿਨ ਤੋਂ ਹੀ ਸਾਡੀ ਤਾਂ ਥਿੰਕਿੰਗ ਆ ਜਿਹੜੀ ਉਹ ਪੋਜ਼ਿਟਿਵ ਆ। ਨਾ ਸਰਕਾਰ ਸਾਡੇ ਨਾਲ ਇਸ ਤਰ੍ਹਾਂ ਕਰਦੀ ਤੇ ਨਾ ਸਾਨੂੰ ਆਮ ਲੋਕਾਂ ਨੂੰ ਸੜਕਾਂ ਦੇ ਉੱਤੇ ਉਤਰਨਾ ਪੈਂਦਾ, ਕਿਉਂਕਿ ਜਿਹੜੇ ਲੋਕ ਅੱਜ ਤੱਕ ਆਪਣੇ ਸ਼ਹਿਰ ਤੱਕ ਨਹੀਂ ਸੀ ਗਏ, ਜਿਨ੍ਹਾਂ ਦਾ ਸਿਰਫ ਇੱਕ ਹੀ ਧੰਦਾ ਸੀ ਵੀ ਘਰੋਂ ਖੇਤ ਤੇ ਖੇਤੋਂ ਘਰ, ਉਹਨਾਂ ਲੋਕਾਂ ਨੂੰ ਅੱਜ ਇੰਨੀ ਕੁ ਸਮਝ ਆ ਚੁੱਕੀ ਆ ਵੀ ਜਿਹੜੇ ਇਹ ਰਾਖਸ਼ ਬੈਠੇ ਆ ਸਾਡੇ ਉੱਤੇ, ਸਾਡੇ ਜਿਹੜੇ ਹੱਕ ਖੋਹਣ ਨੂੰ ਲੱਗੇ ਪਏ ਆ, ਇਹਨਾਂ ਨੂੰ ਜਿਹੜੀ ਮੂੰਹ ਦੀ ਚਪੇੜ ਮਾਰਨੀ ਬਹੁਤ ਜ਼ਰੂਰੀ ਆ। ਜੇ ਕਿਸਾਨ ਕਈ ਚਲਾ ਸਕਦਾ ਨਾ, ਜੇ ਕਿਸਾਨ ਹਲ ਵਾਹ ਸਕਦਾ ਤੇ ਕਿਸਾਨ ਆ ਜਿਹੜਾ ਇਹਨਾਂ ਤਾਨਾਸ਼ਾਹੀ ਸਰਕਾਰਾਂ ਦੇ ਨਾਲ ਟੱਕਰ ਵੀ ਲੈ ਸਕਦਾ। ਲੰਮਾ ਸਮਾਂ ਹੋ ਚੱਲਿਆ ਸੰਘਰਸ਼ ਚੱਲਦੇ ਹੋਏ, ਪਰ ਕੇਂਦਰ ਸਰਕਾਰ ਕਿਸੇ ਵੀ ਫੈਸਲੇ ਤੇ ਆਉਂਦੀ ਨਜ਼ਰ ਨਹੀਂ ਆ ਰਹੀ। ਕੀ ਲੱਗਦਾ ਕਾਨੂੰਨ ਵਾਪਸ ਹੋਣਗੇ? ਦੇਖੋ ਜੀ, ਦੁੱਧ ਚੁੰਗ ਦਾ ਬੱਚਾ ਭੱਜਣ ਨਹੀਂ ਲੱਗ ਜਾਂਦਾ, ਚਾਹੇ ਜਿੰਨਾ ਮਰਜ਼ੀ ਲੰਮਾ ਸਮਾਂ ਹੋ ਜੇ। ਕਹਿੰਦੇ ਹੁੰਦੇ ਨਾ, ਸਬਰ ਦਾ ਫਲ ਬਹੁਤ ਮਿੱਠਾ ਹੁੰਦਾ। ਤੇ ਜੇ ਇਹ ਹਾਰ ਨਹੀਂ ਮੰਨਦੇ ਤਾਂ ਹਾਰ ਮੰਨਣ ਵਾਲਿਆਂ 'ਚੋਂ ਅਸੀਂ ਲੋਕ ਵੀ ਨਹੀਂ ਹੈਗੇਗੇ। ਇੱਕ ਦਿਨ ਜਿਹੜੇ ਆ ਕਾਨੂੰਨ ਰੱਦ ਕਰਾ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਵੀ ਕਾਨੂੰਨ ਬਣਨਗੇ ਉਹਨਾਂ ਨੂੰ ਲੈ ਕੇ ਅਸੀਂ ਵਾਪਸ ਆਪਣੇ ਘਰਾਂ ਨੂੰ ਪਰਤਾਂਗੇ ਦਿੱਲੀ ਤੋਂ, ਨਹੀਂ ਤਾਂ ਜਿਹੜੀਆਂ ਸਾਡੀਆਂ ਆਰਥੀਆਂ ਉਹ ਘਰਾਂ ਨੂੰ ਵਾਪਸ ਆਉਣਗੀਆਂ। ਡਾਕਖਾਨਾ ਮਮਦੋੜ ਤਹਿਸੀਲ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ। ਭਾਜੀ ਅੱਜ ਦੀ ਰੈਲੀ ਨੂੰ ਕਿਵੇਂ ਦੇਖਦੇ ਹੋ? ਕਿੰਨਾ ਇਹ ਜਿਹੜੇ ਜੀ 3 ਕਾਲੇ ਕਾਨੂੰਨ ਮੋਦੀ ਨੇ ਬਣਾਏ ਨੇ ਜੀ, ਇਹਨਾਂ ਨੂੰ ਰੱਦ ਕਰਾਉਣ ਵਾਸਤੇ ਸਾਰੀ ਮਹਾਂ ਪੰਚਾਇਤ ਜਿਹੜੀ ਫਿਰੋਜ਼ਪੁਰ ਜ਼ਿਲ੍ਹਾ ਦੇ ਕਈ ਫਾਜ਼ਿਲਕਾ, ਜਲਾਲਾਬਾਦ, ਗੁਰੂ ਸਾਹਿਬ, ਮੋਗਾ, ਇੱਧਰ ਜੀਰੇ ਤੱਕ ਬਹੁਤ ਦੂਰੋਂ ਸੰਗਤਾਂ ਆਈਆਂ ਨੇ। ਇਹ ਮੋਦੀ ਨੂੰ ਅਸੀਂ ਵਿਖਾਉਣਾ ਚਾਹੁੰਦੇ ਆ ਵੀ ਅਸੀਂ ਹੈਗੇ ਆ, ਤੇ ਜਿਹੜੇ ਕਾਲੇ ਕਾਨੂੰਨ ਪਾਸ ਕੀਤੇ ਨੇ ਅਸੀਂ ਇਹਨਾਂ ਨੂੰ ਰੱਦ ਕਰਾਵਾਂਗੇ ਤੇ ਕਰਾ ਕੇ ਛੱਡਾਂਗੇ। ਸੁਰਜੀਤ ਕੁਮਾਰ ਜਿਆਣੀ ਦਾ ਕਹਿਣਾ ਹੈ ਕਿ ਆਗੂਆਂ ਨੇ ਮੁੱਛ ਦਾ ਸਵਾਲ ਬਣਾਇਆ ਹੋਇਆ, ਖੁਦ ਹੀ ਨਹੀਂ ਚਾਹੁੰਦੇ ਕਿ ਇਹ ਕਾਨੂੰਨ ਵਾਪਸ ਹੋਣ। ਦੇਖੋ ਜੀ, ਸੁਰਜੀਤ ਕੁਮਾਰ ਜਿਆਣੀ ਨੂੰ ਵੀ ਇਹਨੂੰ ਵੀ ਸੋਚਣਾ ਚਾਹੀਦਾ ਵੀ ਇਹ ਕਿਸਾਨ ਘਰਾਣੇ ਦੇ ਵਿੱਚ ਪੈਦਾ ਹੋਇਆ ਜੀ, ਇਹ ਵੀ ਇੱਕ ਕਿਸਾਨ ਹੈ ਜੀ, ਇਹ ਹੁਣ ਭਾਜਪਾ ਦਾ ਚਮਚਾ ਬਣਿਆ ਹੋਇਆ ਜੀ। ਇਸ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਕਿਸਾਨ ਨੇ ਦਿਨ ਰਾਤ ਮਿਹਨਤਾਂ ਕਰ ਕਰਕੇ, ਇਹ ਵੀ ਕਿਸਾਨ ਹੈ ਜੀ, ਇਹਨੂੰ ਵੀ ਸੋਚਣਾ ਚਾਹੀਦਾ ਵੀ ਇਹ ਮਿਹਨਤਾਂ ਕਰ ਕਰਕੇ ਕਿਸਾਨ ਇੱਕ ਥਾਲੀ ਦੇ ਵਿੱਚ ਰੋਟੀ ਪਾਉਂਦਾ ਜੀ। ਹਰ ਇੱਕ ਦੇ ਘਰ ਦੇ ਵਿੱਚ, ਹਰ ਇੱਕ ਦੁਕਾਨਦਾਰ ਦੇ, ਹਰ ਇੱਕ ਬੱਚੇ ਤੱਕ, ਹਰੇਕ ਘਰ ਦੇ ਵਿੱਚ ਰੋਟੀ ਜਾਂਦੀ ਹੈ ਜੀ। ਇਹਨੂੰ ਵੀ ਸੋਚਣਾ ਚਾਹੀਦਾ। ਇਹ ਜਾ ਕੇ ਉੱਥੇ ਚਮਚਾ ਬਣਾ ਬੈਠਾ ਮੋਦੀ ਦਾ, ਅਮਿਤ ਸ਼ਾਹ ਦਾ ਜੀ, ਇਹਨੂੰ ਇਹ ਨਹੀਂ ਗੱਲ ਕਹਿਣੀ ਚਾਹੀਦੀ ਸੀ ਇਹਨੂੰ। ਕੀ ਲੱਗਦਾ ਕਾਨੂੰਨ ਵਾਪਸ ਹੋਣਗੇ? ਬਿਲਕੁਲ ਜੀ ਹੋਣਗੇ ਜੀ, ਕਰਾ ਕੇ ਛੱਡਾਂਗੇ ਜੀ। ਦੇਖੋ ਜੀ, ਮੈਂ ਲੁਧਿਆਣੇ ਡਿਊਟੀ ਕਰਦਾ, ਮੈਂ ਇੱਕ ਕਿਸਾਨ ਆ, ਪਹਿਲਾ ਕਿਸਾਨ ਆ ਜੀ, ਮੈਂ ਲੁਧਿਆਣੇ ਡਿਊਟੀ ਕਰਦਾ। ਮੈਨੂੰ ਪਤਾ ਸੀ ਮੇਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਰੈਲੀ, ਮੈਂ ਦੌੜਦਾ ਰਹਿਣ ਵਾਲਾ। ਮੈਂ ਕੱਲ੍ਹ ਦੀ ਡਿਊਟੀ ਛੱਡ ਕੇ ਆ ਗਿਆ ਜੀ ਲੁਧਿਆਣੇ ਤੋਂ। ਮੈਂ ਬਿਲਕੁਲ ਮਹਾਂ ਪੰਚਾਇਤ ਰੈਲੀ ਦੇ ਵਿੱਚ ਸ਼ਾਮਲ ਹੋਇਆ ਜੀ। ਤੇ ਜਿੱਥੇ ਅਗਾਂਹ ਵੀ ਕੋਈ ਕਿਸਾਨੀ ਸੰਘਰਸ਼ ਹੋਏਗਾ, ਕਿਸਾਨੀ ਇਸ ਤਰ੍ਹਾਂ ਹੋਏਗੀ ਰੈਲੀ, ਮਹਾਂ ਰੈਲੀ ਹੋਏਗੀ, ਉੱਥੇ ਵੀ ਜਾਵਾਂ ਕਰਾਂਗੇ, ਬਿਲਕੁਲ ਜਾਵਾਂਗੇ ਜੀ। ਸਾਡਾ ਨੌਜਵਾਨ ਏਕਤਾ ਜਿੰਦਾਬਾਦ ਹੈ, ਜਿੰਦਾਬਾਦ ਰਹੇਗਾ ਜੀ। ਤਾਂ ਸਾਡੇ ਨਾਲ ਇੱਕ ਨੌਜਵਾਨ ਵੀ ਮੌਜੂਦ ਹੈ ਜਿਨ੍ਹਾਂ ਨੇ ਕਿਸਾਨੀ ਸੰਘਰਸ਼ ਲਈ ਆਪਣੀ ਨੌਕਰੀ ਤੱਕ ਛੱਡ ਦਿੱਤੀ। ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਕੀ ਨਾਮ ਵੀਰ ਜੀ ਤੁਹਾਡਾ? ਮੇਰਾ ਨਾਮ ਜਗਜੀਤ ਸਿੰਘ ਗਰੇਵਾਲ ਜੀ। ਗਰੇਵਾਲ ਸਾਹਿਬ, ਜਿਹੜੀ ਨੌਕਰੀ ਤੁਹਾਨੂੰ ਛੱਡਣੀ ਪਈ, ਕੀ ਕਾਰਨ, ਕਾਹ ਤੋਂ ਛੱਡਣੀ ਪਈ? ਮੈਂ ਦੱਸ ਦਿੰਦਾ ਜੀ, ਮੈਂ ਕੰਪਨੀ ਆ ਕ੍ਰਿਸਟਲ ਕ੍ਰੌਪ ਪ੍ਰੋਟੈਕਸ਼ਨ ਲਿਮਟਿਡ, ਜਿਸ ਦੇ ਵਿੱਚ ਪਿਛਲੇ 2 ਸਾਲ ਤੋਂ ਕੰਮ ਕਰ ਰਿਹਾ ਸੀ। ਔਰ ਕੰਪਨੀ ਪਿਛਲੇ 30 ਸਾਲ ਤੋਂ ਪੰਜਾਬ ਦੇ ਵਿੱਚ ਵਪਾਰ ਕਰ ਰਹੀ ਆ। ਕੰਪਨੀ ਨੇ ਇੱਕ ਸਾਨੂੰ ਵੀਡੀਓ ਲਿੰਕ ਭੇਜਿਆ ਜਿਸ ਦਾ ਹੈਡਿੰਗ ਸੀ 3 ਫਾਰਮਰਸ ਲਾ ਡੀਕੋਡਡ ਬਾਈ ਮਿਸਟਰ ਵਿਜੇ ਸਰਦਾਨਾ। ਵਿਜੇ ਸਰਦਾਨਾ ਜੋ ਇੰਟੈਲੈਕਚੁਅਲ ਆ, ਖੇਤੀਬਾੜੀ ਦੇ ਮਾਹਰ ਆ, ਉਹਨਾਂ ਨੇ ਕੰਪਨੀ ਨੇ ਮੇਲ ਭੇਜੀ ਕਿ ਤੁਹਾਨੂੰ ਬਿੱਲਾਂ ਦੇ ਫਾਇਦੇ ਸਮਝਾਉਣਗੇ, ਵੀਡੀਓ ਸਮਝੋ ਔਰ ਹੇਠਾਂ ਤੱਕ ਜ਼ਿਮੀਂਦਾਰਾਂ ਤੱਕ ਸਮਝਾਓ। ਉਹ 38 ਮਿੰਟ ਦੀ ਵੀਡੀਓ ਦੇ ਵਿੱਚ ਕੰਪਨੀ ਦੇ ਮਤਲਬ ਵੀਡੀਓ ਦੇ ਵਿੱਚ ਇੰਨੇ ਫਾਇਦੇ ਗਿਣਾਤੇ ਜਿੰਨੇ ਕਿ ਨਰਿੰਦਰ ਤੋਮਰ ਨੂੰ ਵੀ ਫਾਇਦੇ ਨਹੀਂ ਪਤਾ ਹੋਣੇ ਕਿ ਇੰਨੇ ਖੇਤੀਬਾੜੀ ਬਿੱਲਾਂ ਦੇ ਫਾਇਦੇ ਆ। ਔਰ ਉਹ ਕਹਿ ਰਹੇ ਸੀ ਖੇਤੀਬਾੜੀ ਜੋ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ, ਉਹ ਜ਼ਿਮੀਂਦਾਰਾਂ ਨੂੰ ਗੁੰਮਰਾਹ ਕਰ ਰਹੀਆਂ ਵਗੈਰਾ ਵਗੈਰਾ। ਇਸ ਲਈ ਇਸੇ ਗੱਲ ਦੇ ਕਰਕੇ, ਕਿਉਂਕਿ ਮੈਂ ਹੇਠਾਂ ਸਮਝਾ ਨਹੀਂ ਸਕਦਾ, ਕਿਉਂਕਿ ਸਾਡੇ ਖੁਦ ਜ਼ਿਮੀਂਦਾਰ ਭਰਾ ਉੱਥੇ ਬੈਠੇ ਧਰਨੇ ਵਿੱਚ ਔਰ ਮੈਂ ਖੁਦ ਧਰਨੇ ਦਾ ਹਿੱਸਾ ਰਿਹਾ, ਇਸ ਲਈ ਮੈਂ ਕੰਪਨੀ ਤੋਂ ਰਿਜ਼ਾਈਨ ਕਰਨਾ ਹੀ ਸਹੀ ਸਮਝਿਆ।
ਤਾਂ ਇਹ ਸੀ ਸਾਡੇ ਨਾਲ ਰੈਲੀ ਵਿੱਚ ਪਹੁੰਚੇ ਹੋਏ ਕਿਸਾਨ, ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੀ ਜਿਹੜੀ ਰੈਲੀ ਆ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀ ਜਾ ਰਹੀ ਆ, ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਅੰਦੋਲਨ ਨਾਲ ਜੋੜਿਆ ਜਾਵੇ ਅਤੇ ਲਗਾਤਾਰ ਪੰਜਾਬ ਵਿੱਚ ਅਜਿਹੀਆਂ ਰੈਲੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਲੋਕ ਅੰਦੋਲਨ ਨਾਲ ਜੁੜ ਸਕਣ ਅਤੇ ਖੇਤੀ ਕਾਨੂੰਨ ਜਿਹੜੇ ਉਹ ਵਾਪਸ ਕਰਾ ਸਕਣ। ਫਿਰੋਜ਼ਪੁਰ ਤੋਂ ਪਰਮਜੀਤ ਪੰਮਾ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।